ਪਹਿਲਾਂ ਐਨਐਸਯੂ ਦਾ ਆਲਰੇਡੀ ਇੱਕ ਪ੍ਰੋਟੈਸਟ ਚੱਲ ਰਿਹਾ ਸੀਗਾ। ਪਹਿਲਾਂ ਉਹ GH4 ਤੇ ਬਾਹਰ ਲੱਗਿਆ ਹੋਇਆ ਸੀ, ਫਿਰ ਸਾਡੀ ਇੱਥੇ ਕਿਸੇ ਨੇ ਬਾਤ ਨਹੀਂ ਸੁਣੀ। ਫਿਰ ਅਸੀਂ BC ਹਾਊਸ ਲੈ ਗਏ, ਸਾਡੀ ਉੱਥੇ ਕਿਸੇ ਨੇ ਗੱਲ ਨਹੀਂ ਸੁਣੀ। ABVP ਇੱਕ ਸਾਰਿਆਂ ਨੂੰ ਪਤਾ ਵੀ ਅਥਾਰਟੀ ਨਾਲ ਮਿਲੀ ਹੋਈ ਪਾਰਟੀ ਹੈ, ਪਾਰਟੀ ਥੋੜੀ ਹੈ, ਅਥਾਰਟੀ ਹੈ ਇੱਕ ਹਿਸਾਬ ਦੀ। ਇਹ ਵਿਦਿਆਰਥੀ ਪ੍ਰੀਸ਼ਦ ਨਹੀਂ ਹੈਗਾ, ਇਹ ਇੱਕ ਅਥਾਰਟੀ ਪ੍ਰੀਸ਼ਦ ਹੀ ਹੈ ਵੀ ਸਾਰਾ ਕੁਝ ABVP ਨੂੰ ਪਤਾ ਵੀ BJP ਦੇ ਸੰਗ ਬੰਗ ਹੈ। ਜਿਹੜਾ ਇਹਨਾਂ ਨੇ ਸਿਗਨੇਚਰ ਕੰਪੇਨ ਸਟਾਰਟ ਕੀਤਾ, ਇਹਨਾਂ ਨੇ ਆਪ ਦਾ ਰਾਸ਼ ਕੀਤਾ ਤੇ ਸਾਡੇ ਉਲਟ ਨਾਅਰੇਬਾਜ਼ੀ ਕਰਨੀ ਸਟਾਰਟ ਕੀਤੀ। ਜਦੋਂ ਫਿਰ ਉਲਟ ਨਾਅਰੇਬਾਜ਼ੀ ਕਰਨੀ ਸਟਾਰਟ ਕੀਤੀ ਤਾਂ ਫਿਰ ਇੱਧਰੋਂ ਸਾਡੀ ਵੀ ਨਾਅਰੇਬਾਜ਼ੀ ਹੋਈ। ABVP ਨੂੰ ਪੁਲਿਸ ਆਰਾਮ ਦੇ ਨਾਲ ਲੈ ਕੇ ਗਈ, ਸਾਡੇ ਬੰਦਿਆਂ ਨੂੰ ਵਾਲਾਂ 'ਚੋਂ ਖੱਚ ਕੇ ਘੜੀਸ ਕੇ ਲੈ ਕੇ ਗਈ। ABVP ਦੇ ਬੰਦੇ ਰਾਤ ਨੂੰ 12 ਵਜੇ ਛੱਡ ਦਿੱਤੇ ਗਏ। ਸਾਡੇ ਬੰਦਿਆਂ ਦੇ ਕੱਲ 751 341 ਦੇ ਪਰਚੇ ਦਰਜ ਕਰਕੇ ਫਿਰ ਉਹਨਾਂ ਦੀ ਅਸੀਂ ਕੱਲ ਜ਼ਮਾਨਤ SDM ਨੇ ਪੇਸ਼ ਕਰਕੇ ਜ਼ਮਾਨਤ। ABVP ਅਥਾਰਟੀ ਸਾਰੀ ਚੀਜ਼ ਇਕੱਠੇ ਨੇ। ਇਹ ਜਿਹੜਾ VC ਹੈ ਉਹ ਤਾਲੁਕ ਰੱਖਦਾ BJP ਦੇ ਨਾਲ। ਹੁਣ BJP ਵਾਲੇ ਜਿਹੜੇ ABVP ਹੈ ਇਹਨਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਤਾਂ ਇਹਨਾਂ ਨੇ ਉੱਥੇ ਆ ਕੇ ਸਾਡਾ ਸਾਰਾ ਪ੍ਰੋਟੈਸਟ ਖਰਾਬ ਕੀਤਾ, ਮਾਹੌਲ ਖਰਾਬ ਕੀਤਾ। ਸਾਡੀ ਸਾਰੀ ਟੀਮ ਤੇ ਸਾਡੀ ਸੀਨੀਅਰ ਲੀਡਰਸ ਤੇ ਪਰਚੇ ਵੀ ਹੋਏ ਆ। ਉਹਨਾਂ ਨੂੰ ਕਿਸੇ ਨੇ ਕੁਝ ਵੀ ਨਹੀਂ ਕਿਹਾ, ਉਹਨਾਂ ਨੂੰ ਸਾਰੇ ਬਸ ਠੀਕ ਹੈ ਜੀ ਐਂ ਪ੍ਰਾਹੁਣਿਆਂ ਵਾਂਗੂ ਲੈ ਕੇ ਗਏ ਨੇ। ਸਤਿ ਸ਼੍ਰੀ ਅਕਾਲ। ਨੈਸ਼ਨਲ ਬੱਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਿੰਦਰ ਕੌਰ ਸਵਾਗਤ ਕਰਦੀ ਹਾਂ। ਅੱਜ ਅਸੀਂ ਪਹੁੰਚੇ ਹਾਂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਬੀਤੇ ਦਿਨਾਂ ਪੰਜਾਬ ਯੂਨੀਵਰਸਿਟੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ। ਕੀ ਹੈ ਸਾਰਾ ਮਾਜਰਾ, ਆਓ ਗੱਲ ਕਰਦੇ ਹਾਂ ਸਟੂਡੈਂਟਸ ਦੇ ਨਾਲ। ABVP ਤੇ NSUI ਦੇ ਵਿੱਚ ਜੋ ਵਿਵਾਦ ਹੋਇਆ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਉਹ ਕਿਉਂ ਹੋਇਆ, ਦੋਨੇ ਪਾਰਟੀਆਂ ਇੱਕੋ ਟਾਈਮ ਤੇ ਉੱਥੇ ਕਿਵੇਂ ਪਹੁੰਚ ਕੇ ਪ੍ਰੋਟੈਸਟ ਕਰ ਰਹੀਆਂ ਸੀ? ਦੇਖੋ ਜੀ, ਸਾਡਾ ਤਾਂ ਪਹਿਲਾਂ NSU ਦਾ ਆਲਰੇਡੀ ਇੱਕ ਪ੍ਰੋਟੈਸਟ ਚੱਲ ਰਿਹਾ ਸੀਗਾ। ਪਹਿਲਾਂ ਉਹ GH4 ਦੇ ਬਾਹਰ ਲੱਗਿਆ ਹੋਇਆ ਸੀ, ਫਿਰ ਸਾਡੀ ਇੱਥੇ ਕਿਸੇ ਨੇ ਬਾਤ ਨਹੀਂ ਸੁਣੀ। ਫਿਰ ਅਸੀਂ BC ਹਾਊਸ ਲੈ ਗਏ, ਸਾਡੀ ਉੱਥੇ ਕਿਸੇ ਨੇ ਗੱਲ ਨਹੀਂ ਸੁਣੀ। ਤਾਂ ਜਿਹੜਾ ਪਰਸੋਂ ਜੋ ਵੀ ਇਨਸੀਡੈਂਟ ਹੋਇਆ ਉਹ ਅਸੀਂ ਸਵੇਰੇ DSW ਆਫਿਸ ਬੰਦ ਕੀਤਾ ਸੀਗਾ। DSW ਆਫਿਸ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਜਿੰਨੇ ਵਜੇ ਤੱਕ ਖੁੱਲ੍ਹੇ ਉਹਨੂੰ ਬੰਦ ਰੱਖਣਾ ਸੀ। ਉੱਥੇ ਅਸੀਂ ਇੱਕ ਆਪਦਾ ਪ੍ਰੋਟੈਸਟ ਚਾਲੂ ਰੱਖਣਾ ਸੀਗਾ। ਉਦੋਂ ਬਾਅਦ ABVP ਇੱਕ ਸਾਰਿਆਂ ਨੂੰ ਪਤਾ ਵੀ ਅਥਾਰਟੀ ਨਾਲ ਮਿਲੀ ਹੋਈ ਪਾਰਟੀ ਹੈ, ਪਾਰਟੀ ਥੋੜੀ ਹੈ, ਅਥਾਰਟੀ ਹੈ ਇੱਕ ਹਿਸਾਬ ਦੀ। ਠੀਕ ਹੈ, ਇਹ ਵਿਦਿਆਰਥੀ ਪ੍ਰੀਸ਼ਦ ਨਹੀਂ ਹੈਗਾ, ਇਹ ਇੱਕ ਅਥਾਰਟੀ ਪ੍ਰੀਸ਼ਦ ਹੀ ਹੈ ਵੀ ਸਾਰਾ ਕੁਝ ABVP ਨੂੰ ਪਤਾ ਵੀ BJP ਦੇ ਸੰਗ ਬੰਗ ਹੈ। ਤੇ ਇਹਨਾਂ ਨੇ ਸੋਚਿਆ ਵੀ ਇੱਕ ਆਪਦਾ ਸਿਗਨੇਚਰ ਕੰਪੇਨ ਜਾਂ ਸਟਾਰਟ ਕੀਤਾ ਇਹਨਾਂ ਨੇ ਇੱਕ ਸਿਰਫ NSU ਦੇ ਪ੍ਰੋਟੈਸਟ ਨੂੰ ਖਰਾਬ ਕਰਨ ਦੇ ਲਈ। ਜਿਹੜਾ ਇਹਨਾਂ ਨੇ ਸਿਗਨੇਚਰ ਕੰਪੇਨ ਸਟਾਰਟ ਕੀਤਾ, ਇਹਨਾਂ ਨੇ ਆਪ ਦਾ ਰਾਸ਼ ਕੀਤਾ ਤੇ ਸਾਡੇ ਉਲਟ ਨਾਅਰੇਬਾਜ਼ੀ ਕਰਨੀ ਸਟਾਰਟ ਕੀਤੀ। ਜਦੋਂ ਫਿਰ ਉਲਟ ਨਾਅਰੇਬਾਜ਼ੀ ਕਰਨੀ ਸਟਾਰਟ ਕੀਤੀ ਤਾਂ ਫਿਰ ਇੱਧਰੋਂ ਸਾਡੀ ਵੀ ਨਾਅਰੇਬਾਜ਼ੀ ਹੋਈ। ਫਿਰ ਕੁਛ ਵੀ ਲੜਾਈ ਝਗੜਾ ਨਹੀਂ ਹੋਇਆਗਾ, ਕੁਛ ਵੀ ਅੱਧਾ ਪੌਣਾ ਘੰਟਾ ਪਾਰਟੀ ਇੱਕ ਦੂਜੇ ਦੀ ਨਾਅਰੇਬਾਜ਼ੀ ਕਰੀ ਗਈ। ABVP ਨੂੰ ਪੁਲਿਸ ਆਰਾਮ ਦੇ ਨਾਲ ਲੈ ਕੇ ਗਈ, ਸਾਡੇ ਬੰਦਿਆਂ ਨੂੰ ਵਾਲਾਂ 'ਚੋਂ ਖੱਚ ਕੇ ਘੜੀਸ ਕੇ ਲੈ ਕੇ ਗਈ। ਠੀਕ ਹੈ, ਇੱਥੋਂ ਸ਼ਰੇਆਮ। ਫਿਰ ਸਭ ਤੋਂ ਵੱਡੀ ਗੱਲ, ABVP ਦੇ ਬੰਦੇ ਰਾਤ ਨੂੰ 12 ਵਜੇ ਛੱਡ ਦਿੱਤੇ ਗਏ। ਸਾਡੇ ਬੰਦਿਆਂ ਦੇ ਕੱਲ 751 341 ਦੇ ਪਰਚੇ ਦਰਜ ਕਰਕੇ ਫਿਰ ਉਹਨਾਂ ਦੀ ਅਸੀਂ ਕੱਲ ਜ਼ਮਾਨਤ SDM ਦੇ ਪੇਸ਼ ਕਰਕੇ ਜ਼ਮਾਨਤ ਕੀਤੀ। ਤੇ ਇਹ ਜੋ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਪੁਲਿਸ ਬਹੁਤ ਆਰਾਮ ਨਾਲ ਲੈ ਕੇ ਗਈ ਤੇ ਤੁਹਾਨੂੰ ਵਾਲਾਂ ਤੋਂ ਫੜ ਕੇ ਖਿੱਚ ਕੇ, ਉਹ ਸਾਰੀਆਂ ਫੁਟੇਜਸ ਆਪਾਂ ਦੇਖੀਆਂ ਕਿ ਕਿੱਦਾਂ ਤੁਹਾਨੂੰ ਚੱਕ ਕੇ ਲੈ ਕੇ ਜਾ ਰਹੇ ਸੀ 4 ਬੰਦੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਤੇ ਕਿ ਪੁਲਿਸ ਵੀ ਪਹਿਲਾਂ ਸੋਚ ਕੇ ਆਈ ਸੀ ਕਿ ਅਸੀਂ ਇਸ ਪਾਰਟੀ ਨੂੰ ਇਸ ਤਰੀਕੇ ਨਾਲ ਲੈ ਕੇ ਜਾਣਾ ਹੈ, ਕਿ ਉਹਨਾਂ ਦੇ ਕੋਲ ਅਥਾਰਟੀਜ਼ ਦੇ ਆਰਡਰ ਸੀਗੇ ਕਿ ਇਸ ਪਾਰਟੀ ਇਹ ਸਾਡੇ ਅਗੇਂਸਟ ਹੈ ਤਾਂ ਅਸੀਂ ਇਹਨਾਂ ਨੂੰ ਖਿੱਚ ਧੂ ਕੇ ਲੈ ਕੇ ਜਾਵਾਂਗੇ? ਇਸ ਗੱਲ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤਾਂ ਇਹ ਗੱਲ ਕਹੂੰਗਾ ਇਹ ਪ੍ਰੀ ਪਲਾਨ ਸੀਗਾ। ABVP ਅਥਾਰਟੀ ਸਾਰੀ ਚੀਜ਼ ਇਕੱਠੇ ਨੇ। ਇਹ ਜਿਹੜਾ VC ਹੈ ਉਹ ਤਾਲੁਕ ਰੱਖਦਾ BJP ਦੇ ਨਾਲ। ਉਹਨਾਂ ਪਹਿਲਾਂ ਹੀ ਪ੍ਰੀ ਪਲਾਨ ਕਰ ਲਿਆ ਸੀ ਵੀ ਜਦੋਂ NSU ਇੱਥੇ ਆ ਕੇ ਨਾਅਰੇਬਾਜ਼ੀ ਕਰਨਗੇ ਅਸੀਂ ਇਹਨਾਂ ਨੂੰ ਪੁਲਿਸ ਪੁਲੀ ਮੁਕਤ ਕਰਕੇ। ਤੁਸੀਂ ਆਪ ਵੇਖਿਆ ਵੀ ਕਿਵੇਂ ਬਾਲਾਂ ਤੋਂ ਘੜੀਸ ਕੇ ਜਿਹੜਾ ਕਾਉਂਸਲਰ ਹੈ ਸਾਡੇ ਨਾਲ ਦਾ ਮੁੰਡਾ NSU ਦਾ ਲੀਡਰ, ਉਹਨੂੰ ਕਿਵੇਂ ਚੁੱਕ ਕੇ ਲੈ ਜਾ। ਬਾਕੀ ਜਿਹੜੇ ਮੁੰਡੇ ਨੇ ਉਹਨਾਂ 'ਤੇ ਤਾਂ ਇੰਟੋਲਰੈਂਸ ਹੋ ਗਈ ਯੂਨੀਵਰਸਿਟੀ ਦੇ ਵਿੱਚ ਇੱਕ। ਤਾਂ ਤੁਹਾਨੂੰ ਸਾਹਬ ਨੂੰ ਪਤਾ ਵੀ ABVP ਅਥਾਰਟੀ ਹੋਵੇ, ਇਹ ਕੋਈ ਅਲੱਗ ਨਹੀਂ ਹੈਗੀ। BC ਵੀ ਨਾਲ ਮਿਲਿਆ ਹੈ, BJP ਦੀ ਅਥਾਰਟੀ ਦੇ ਨਾਲ ਪੂਰੀ ਉੱਪਰੋਂ ਪਹਿਲਾਂ ਹੀ ਕਾਲ ਆ ਗਈ ਸੀ ਵੀ ਇਹਨਾਂ ਨੂੰ ਚੁੱਕੋ ਇੱਥੋਂ ਧਰਨਾ, ਕਿਉਂਕਿ ਇਹ ਸਾਡੀ ਹਾਈਪ ਲੈ ਰਹੇ ਸੀ। ਆਪਾਂ NSU ਲੋਕਾਂ ਦੇ ਸਟੂਡੈਂਟਸ ਦੇ ਵਿੱਚ ਇੱਕ ਮੈਸੇਜ ਆ ਰਿਹਾ ਸੀ ਵੀ NSU ਬਹੁਤ ਚੰਗਾ ਕੰਮ ਕਰ ਰਹੀ ਸਟੂਡੈਂਟ ਵੈਲਫੇਅਰ ਲਈ। ਤਾਂ ਫਿਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕੀ ਤੁਸੀਂ ਉੱਥੇ ਜਿਹੜੀ ਤੁਹਾਡੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋਈ, ਵਰਬਲ ਕਨਵਰਸੇਸ਼ਨ, ਤੁਸੀਂ ਆਪਦੇ ਨਾਅਰੇ ਲਾ ਰਹੇ ਸੀ, ਤੁਸੀਂ ਉਧਰੋਂ ਉਹ ਆਪਦੇ ਨਾਅਰੇ ਲਾ ਰਹੇ ਸੀ, ਕਿ ਉਹ ਜਿਹੜਾ ਸਾਰਾ ਮਾਮਲਾ ਸੀ ਉਹ GH4 ਦੇ ਬਾਅਦ ਜੋ ਪ੍ਰੋਟੈਸਟ ਹੋ ਰਹੀ ਸੀ ਉਹਦੇ ਨਾਲ ਕੁਝ ਰਿਲੇਟ ਕਰਦਾ ਸੀ ਜਾਂ ਨਹੀਂ ਕਰਦਾ ਸੀ? ਨਹੀਂ, GH4 ਦੇ ਉਹ ਪ੍ਰੋਟੈਸਟ ਸੇਮ ਸੀ, ਸਾਡਾ ਮੁੱਦਾ ਸੇਮ ਸੀ। ਉੱਥੇ ਵੀ ਜਿਹੜਾ DSW ਅਸੀਂ ਆਫਿਸ ਬੰਦ ਕੀਤਾ ਸੀ, ਜਿਹੜਾ GH4 ਪ੍ਰੋਟੈਸਟ ਚੱਲ ਰਿਹਾ ਸੀ, ਉਹ ਮੁੱਦਾ ਬਿਲਕੁਲ ਸੇਮ ਸੀਗਾ। ਬਟ ਇਹਨਾਂ ਨੇ ਸਾਡਾ ਤਾਂ ਪ੍ਰੋਟੈਸਟ ਆਲਰੇਡੀ 4-5 ਦਿਨਾਂ ਤੋਂ ਚੱਲ ਰਿਹਾ।
ਅਸੀਂ ਕਿਹੜਾ ਕੋਈ ਇਹਨਾਂ ਨੂੰ ਬਿਨਾਂ ਦੱਸਿਆ ਆ। ਅਸੀਂ ਤਾਂ ਆਪਦੇ ਹੱਕ ਮੁੱਦਿਆਂ ਲਈ ਬੈਠੇ ਹਾਂ ਉੱਥੇ। ਨਾ ਅਸੀਂ ਕਿਸੇ ਨੂੰ ਗਾਲ ਕੱਢ ਰਹੇ ਹਾਂ, ਨਾ ਅਸੀਂ ਕਿਸੇ ਨੂੰ ਕੁਝ ਬੋਲ ਰਹੇ ਹਾਂ। ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ। ਇਹਨਾਂ ਨੇ ਮੌਕੇ 'ਤੇ ਇਲੈਕਸ਼ਨ ਕੰਪੇਨ ਆਪਦੀ ਜੋ ਵੀ ਆ, ਦੂਜੇ ਇਲੈਕਸ਼ਨ ਕਹੀ ਜਾਂਦਾ, ਸਿਗਨੇਚਰ ਕੰਪੇਨ ਚਲਾ ਕੇ ਮੌਕੇ 'ਤੇ ਇਹਨਾਂ ਨੇ ਪ੍ਰੋਟੈਸਟ ਨੂੰ ਖਰਾਬ ਕਰਨਾ ਚਾਹਿਆ। ਠੀਕ ਹੈ, ਜੇ ਮੰਨ ਲਓ ਤੁਸੀਂ ਕੁਝ ਵੀ ਕਰਨਾ ਹੈ ਤਾਂ ਤੁਸੀਂ ਆਪ, ਤੁਹਾਨੂੰ ਪਤਾ ਉੱਥੇ NSU ਬੈਠੀ ਆ ਵੀ ਅਸੀਂ ਆਪ ਦਾ ਅੱਡ ਕਰ ਲਓ। ਫਿਰ ਇਹਨਾਂ ਨੇ ਸਿਗਨੇਚਰ ਕੰਪੇਨ ਕੋ ਸਟਾਰਟ ਕੀਤੀ, ਇਹਨਾਂ ਨੇ NSU ਮੁਰਦਾਬਾਦ ਦੇ ਨਾਅਰੇ ਲਾਏ। ਫਿਰ ਇਹ ਤਾਂ ਕੋਈ ਵੀ ਨਹੀਂ ਸੁਣਦਾ, ਫਿਰ ਅਸੀਂ ਵੀ ਅੱਗੋਂ ਨਾਅਰੇ ਲਾਏ। ਠੀਕ ਹੈ, ਜਦੋਂ ਨਾਅਰੇ ਲਾਏ ਫਿਰ ਪੁਲਿਸ ਦੀ ਦੇਖੋ ਤੁਸੀਂ, ਪੁਲਿਸ ਵੀ, ਚੰਡੀਗੜ੍ਹ ਪੁਲਿਸ ਵੀ ਬੜੇ ਆਰਾਮ ਨਾਲ ਇਹਨਾਂ ਨੂੰ ਆਏ ਹੋ ਚਲੋ ਲੈ ਕੇ ਆਰਾਮ ਨਾਲ ਲੈ ਕੇ ਗਈ। ਸਾਡੇ ਬੰਦੇ ਤਾਂ ਇਹ ਬਿਲਕੁਲ ਰਿਲੇਟ ਕਰਦਾ ਸੀਗਾ ਜੀ, ਰਿਲੇਟ, ਕਿਉਂਕਿ ਸਾਡਾ ਇੱਥੇ ਵੀ ਮੁੱਦਾ ਸੇਮ ਸੀ, ਸਾਡਾ DSW ਆਫਿਸ ਵੀ ਮੁੱਦਾ ਸੇਮ ਸੀ। ਪੁਲਿਸ ਦੇ ਸਖਤ ਰਵੱਈਏ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਇਹ ਤੇ ਆਪਣੇ ਯੂਨੀਵਰਸਿਟੀ ਦੇ ਵਿੱਚ ਆ, CID ਦੇ ਵਿੱਚ ਆ, ਉਹਨਾਂ ਦਾ ਨਾਮ ਨਹੀਂ ਮੈਂ ਦੱਸ ਸਕਦਾ। ਉਹਨਾਂ ਨਾਲ ਸ਼ਾਮ ਨੂੰ ਗੱਲ ਹੋਈ ਕਿ ਜੋ ਇਹਨਾਂ ਨੇ ਕੀਤਾ ਕਿਉਂ ਕੀਤਾ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਜਿਹੜਾ ਇਹ ਪ੍ਰੀ ਪਲਾਨ ਹੀ ਸਵੇਰ ਤੋਂ ਲੈ ਕੇ ਹੀ DSP ਸਾਹਿਬ ਦਾ ਸਵੇਰ ਤੋਂ ਇਹ ਸੋਚ ਲਿਆ ਸੀ ਕਿ ਪਰਚਾ ਦੇਣਾ NSU ਤੇ, ਕਿਉਂਕਿ ਧਰਨਾ ਕਾਫੀ ਦਿਨਾਂ ਨੂੰ ਚੱਲ ਰਿਹਾ ਸੀ। ਇਹ ਸਿਰਫ ਇਹਨਾਂ ਨੇ ਬਹਾਨਾ ਬਣਾਇਆ ਕਿ ABVP ਆਊਗੀ, ਨਾਰੇ ਲਾਊਗੀ ਤੇ ਅਸੀਂ ਜਿਹੜਾ ਚੱਕ ਕੇ NSU ਵਾਲਿਆਂ ਨੂੰ ਲੈ ਜਾਾਂਗੇ। ਲਾਸਟ ਤੱਕ ਵੀ ਜਿਹੜੀ ਯੂਨੀਵਰਸਿਟੀ ਦੀ ਸਿਕਿਉਰਿਟੀ ਆ, ਠੀਕ ਆ, ਜਿਹੜਾ ਚੀਫ ਸਿਕਿਉਰਿਟੀ ਆ, ਉਹ ਗੱਦੇ ਚੁੱਕ ਰਿਹਾ ਉੱਥੋਂ। ਮੋਟਿਵ ਵੇਖੋ, ਜੇ ਉੱਥੇ ਲੜਾਈ ਹੋਈ ਆ, ਤੁਸੀਂ ਦੋਵੇਂ ਧਿਰਾਂ ਨੂੰ ਫੜ ਕੇ ਲੈ ਕੇ ਜਾ ਰਹੇ ਹੋ ਤੇ ਚੀਫ ਸਿਕਿਉਰਿਟੀ ਆ ਗੱਦੇ ਚੁੱਕ ਰਿਹਾ। ਉਹ ਅਸਲ ਉਹਨਾਂ ਦਾ ਮੋਟਿਵ ਇਹੋ ਹੀ ਕਿ ਜਿਹੜਾ ਆਪਾਂ ਪ੍ਰੋਟੈਸਟ ਆ ਇਹਨੂੰ ਖਤਮ ਕਰਨਾ, ਹੋਰ ਉਹਨਾਂ ਦਾ ਕੋਈ ਮੋਟਿਵ ਨਹੀਂ। ਤੇ ਸਾਡੇ ਸੀਨੀਅਰ ਲੀਡਰ ਸੀ, ਉਹਨਾਂ ਨੂੰ ਫੜ ਵਾਲਾਂ ਤੋਂ ਫੜ ਕੇ ਉਹਨਾਂ ਦੀਆਂ ਸ਼ਰਟਾਂ ਪਾੜਤੀਆਂ। ਹੁਣ ਆ ਪ੍ਰਗੜਿਆ ਵੀਰ ਸਾਡੇ ਸੀਨੀਅਰ, ਇਹਨਾਂ ਨੂੰ ਵੀ ਕੋਈ ਵੀ ਜਿਹੜਾ ਆਵਾਜ਼ ਚੁੱਕਦਾ ਸੀ ਉਹਨਾਂ ਦੇ ਮੂੰਹਾਂ ਦੇ ਵਿੱਚ ਹੱਥ ਪਾ ਕੇ ਉਹਨਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ। ਇਹ ਵੇਖੋ ਕਿ ਸਾਡੇ ਜਿਹੜੇ ਸਪੀਚ ਐਂਡ ਐਕਸਪ੍ਰੈਸ਼ਨ ਸਾਡਾ ਰਾਈਟ ਆ, ਉਹ ਵੀ ਚੀਜ਼ੇ ਚਾਹੁੰਦੇ ਕਿ ਖਤਮ ਕਰ ਦਿੱਤੀ ਜਾਵੇ, ਕਿ ਸਾਡੇ ਜਿਹੜੇ ਸਟੂਡੈਂਟਸ ਆ ਕਿਸੇ ਚੀਜ਼ ਨੂੰ ਲੈ ਕੇ ਨਾ ਬੋਲਣ। ਤੁਹਾਨੂੰ ਇਹ ਕਿਉਂ ਲੱਗ ਰਿਹਾ ਹੈ ਕਿ NSUI ਨੂੰ ਹੀ ਟਾਰਗੇਟ ਕੀਤਾ ਜਾ ਰਿਹਾ? ਦੇਖੋ ਜੀ, NSUI ਹਮੇਸ਼ਾ ਯੂਨੀਵਰਸਿਟੀ ਦੇ ਬੱਚਿਆਂ ਲਈ ਆਪਦਾ ਉਹਨਾਂ ਦੇ ਨਾਲ ਖੜਦੀ ਹੈ ਹਮੇਸ਼ਾ। ਜਿੱਦਾਂ ਹੁਣ ਗਰਲਸ ਹੋਸਟਲ ਦੀ ਗੱਲ ਆਈ ਸੀਗੀ, ਵਾਰਡਨ ਉਹਨਾਂ ਨੂੰ ਤੰਗ ਕਰਦੀ ਸੀ, ਤਾਂ ਸਾਰੀ NSUI ਉਹਨਾਂ ਬੱਚਿਆਂ ਦੇ ਨਾਲ ਆਈ ਆ, ਹਰ ਥਾਂ ਪ੍ਰੋਟੈਸਟ ਕੀਤਾ। ਹੁਣ ਉੱਤੇ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ ਸੀ ਤਾਂ ABVP ਨੂੰ ਇਹ ਚੀਜ਼ ਨਹੀਂ ਚੰਗੀ ਲੱਗੀ, ਕਿਉਂਕਿ ਬੱਚਿਆਂ ਦਾ ਪੱਖ ਸਾਡੇ ਵੱਲ ਹੋ ਰਿਹਾ ਸੀਗਾ ਵੀ NSUI ਸਾਡੀ ਮਦਦ ਕਰ ਰਹੀ ਹੈ। ਹੁਣ BJP ਵਾਲੇ ਜਿਹੜੇ ABVP ਹੈ, ਇਹਨਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਤਾਂ ਇਹਨਾਂ ਨੇ ਉੱਥੇ ਆ ਕੇ ਸਾਡਾ ਸਾਰਾ ਪ੍ਰੋਟੈਸਟ ਖਰਾਬ ਕੀਤਾ, ਮਾਹੌਲ ਖਰਾਬ ਕੀਤਾ। ਸਾਡੀ ਸਾਰੀ ਟੀਮ ਤੇ, ਸਾਡੇ ਸੀਨੀਅਰ ਲੀਡਰਸ ਤੇ ਪਰਚੇ ਵੀ ਹੋਏ ਆ। ਉਹਨਾਂ ਨੂੰ ਕਿਸੇ ਨੇ ਕੁਝ ਵੀ ਨਹੀਂ ਕਿਹਾ, ਉਹਨਾਂ ਨੂੰ ਸਾਰੇ ਬਸ ਠੀਕ ਹੈ ਜੀ ਐਂ ਪ੍ਰਾਹੁਣਿਆਂ ਵਾਂਗੂ ਲੈ ਕੇ ਗਏ ਨੇ। ਤੇ ਸਾਡੇ ਬੰਦਿਆਂ ਨੂੰ ਤੁਸੀਂ ਦੇਖੀਆਂ ਹੋਣੀਆਂ ਵੀਡੀਓ, ਸਾਡੀਆਂ ਸ਼ਰਟਾਂ ਪਾੜੀਆਂ, ਵਾਲਾਂ ਤੋਂ ਖਿੱਚ ਕੇ ਸਾਨੂੰ ਘੜੀਸ ਕੇ ਕਿੱਦਾਂ ਤੰਗ ਕੀਤਾ। ਉਸ ਤੋਂ ਬਾਅਦ ਸਾਨੂੰ ਥਾਣੇ ਲਿਜਾ ਕੇ ਵੀ ਬਹੁਤ ਤੰਗ ਕੀਤਾ ਗਿਆ। ਇਹਨਾਂ ਨੂੰ ਪ੍ਰਾਹੁਣਿਆਂ ਵਾਂਗੂ ਉੱਥੇ ਰੱਖਿਆ ਗਿਆ ਜੀ, ਇਹਨਾਂ ਦੀ ਆਓ ਭਗਤ ਵਧੀਆ ਕੀਤੀ ਗਈ। ਸਾਡੇ ਬੰਦਿਆਂ ਨੂੰ ਉੱਥੇ ਤੰਗ ਕੀਤਾ ਗਿਆ, ਫੋਨ ਤੱਕ ਵੀ ਖੋਹ ਲਿੱਤੇ ਗਏ। ਸਾਡੇ ਬੰਦਿਆਂ ਨੂੰ ਅਗਲੇ ਦਿਨ ਸੁਬਾਹ ਛੱਡਿਆ ਗਿਆ ਤੇ ਇਹਨਾਂ ਨੂੰ ਰਾਤ ਨੂੰ ਘਰੇ ਛੱਡ ਕੇ ਗਏ ਜੀ 11-12 ਵਜੇ। ਇਹਨਾਂ ਨੂੰ ਉੱਥੋਂ ਬਾਹਰ ਕੱਢਤਾ, ਸਾਨੂੰ ਸਾਰਿਆਂ ਨੂੰ ਉੱਥੇ ਰੱਖਿਆ ਜੀ। ਘਰੇ ਨਹੀਂ ਛੱਡ ਕੇ ਗਏ। ਇੱਕ ਗੱਲ ਮੈਂ ਕਹਿਣਾ ਚਾਹੁੰਦਾਗਾ, ਇਹਨਾਂ ਨੂੰ ਰਾਤ ਨੂੰ ਘਰੇ ਨਹੀਂ, ਇਹ ਤਾਂ ਫਿਰ MLA ਹੋਸਟਲ ਗਏ ਆ ਨਾ ਰਾਤ ਨੂੰ। ABVP ਤਾਂ ਫਿਰ ਸਰਕਾਰ ਦਾ ਕੰਮ ਹੈ, ਇਹ ਤਾਂ MLA ਹੋਸਟਲ ਛੱਡੇ ਇਹਨਾਂ ਨੇ ਰਾਤ ਨੂੰ ਜਾ ਕੇ। ਉਹਨਾਂ ਨੂੰ ਇਹਦੇ ਥਾਣੇ 'ਚ ਵੀ ਬੜੇ ਪ੍ਰਾਹੁਣਿਆਂ ਵਾਂਗ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਸੋਫਿਆਂ 'ਤੇ ਬਿਠਾਇਆ, ਸਾਡੇ ਬੰਦਿਆਂ ਨੂੰ ਥੱਲੇ ਬਿਠਾਇਆ, ਉਹਨਾਂ ਨੂੰ ਚਾਹ ਪਾਣੀ ਪੁੱਛਿਆ, ਸਾਡੇ ਬੰਦਿਆਂ ਨੂੰ ਪਾਣੀ ਵੀ ਨਹੀਂ ਪੁੱਛਿਆ। ਇਹ ਸਰਕਾਰਾਂ ਦਾ ਫਰਕ ਹੁੰਦਾ ਹੈਗਾ। ਇੱਕ ਜੇ ਇੱਥੇ ਕਾਂਗਰਸ ਦੀ ਸਰਕਾਰ ਹੁੰਦੀ, ਉਹਨਾਂ ਨੇ ਦੋਨਾਂ ਨਾਲ ਬਰਾਬਰ ਵਰਤਈਆ ਕਰਨਾ ਸੀਗਾ। ਜੇ ਉਹਨਾਂ ਨੇ ਪਰਚਾ ਪਾਇਆ ਤਾਂ ਸਾਰਿਆਂ 'ਤੇ ਪਰਚਾ ਪੈਣਾ ਸੀ, ਨਹੀਂ ਕਿਸੇ 'ਤੇ ਵੀ ਨਹੀਂ ਪਰਚਾ ਪੈਣਾ ਸੀ। ਇਹਨਾਂ ਨੇ ਆਪਦੇ ਬੰਦੇ ਤਾਂ ਸਾਰੇ ਕੱਢ ਤੇ, ਸਾਡੇ ਸਾਰਿਆਂ 'ਤੇ ਪਰਚਾ ਪਾਤਾ। ਠੀਕ ਹੈ, ਇਹ ਤਾਨਾਸ਼ਾਹੀ ਹੈ ਇੱਕ ABVP ਦੀ ਬਹੁਤ ਜ਼ਿਆਦਾ। ਹਾਂ, ਇੱਕ ਗੱਲ ਹੋਰ, ਵਾਰਡਨ ਹੈ, ਵਾਰਡਨ, ਅਸੀਂ ਤਾਂ ਵਾਰਡਨ ਦਾ ਵਿਰੋਧ ਕਰਾਂਗੇ ਕਿਉਂਕਿ ਵਾਰਡਨ ਬੱਚਿਆਂ ਨੂੰ ਤੰਗ ਕਰਦੀ ਹੈ। ਇਹਨਾਂ ਨੂੰ ਐਂ ਸੀ ਸਾਨੂੰ ਵਾਰਡਨ ਦਾ ਵਿਰੋਧ ਨਾ ਕਰਨਾ ਪਵੇ, ਕਿਉਂਕਿ ਲਾਈ ABVP ਨੇ ਸਾਰੇ ਵਾਰਡਨ, BJP ਨੇ ਸੈੱਟ ਕੀਤੇ ਹੋਏ ਆ ਸਾਰੇ ਵਾਰਡਨ। ਐਡੀ ਛੇਤੀ ਵਾਰਡਨ ਬਣ ਗਏ, ਐਡੀ ਛੇਤੀ ਹੋਣਾ ਇਹ ਹੈ। ਪਹਿਲਾਂ ਵਾਲੇ ਵਾਰਡਨ ਵੀ ਤਾਂ ਵਾਰਡਨ ਸੀ, ਅੱਜ ਤੱਕ ਨਾ ਇਹਦੇ ਰੌਲੇ ਪੈ ਗਏ। ਕਿਉਂਕਿ ਇਹ ਸਿਰਫ ਤੇ ਸਿਰਫ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਵੀ BJP ਇੱਕ ਗੁੰਡਾ ਰਾਜ ਹੈ, ਤਾਨਾਸ਼ਾਹੀ ਹੈ ਇਹ ਬਹੁਤ ਜ਼ਿਆਦਾ। ਹਜੇ ਤਾਂ ਯੂਨੀਵਰਸਿਟੀ 'ਚ ਪੈਰ ਅਸੀਂ ਮਹਾਰਾਜ ਰੱਖੇ ਸੌਖਾ ਸੀ, ਇਹਨਾਂ ਨੂੰ ਕਦੇ ਯੂਨੀਵਰਸਿਟੀ 'ਚ ਪੈਰ ਪਸਾਰ ਨਹੀਂ ਦਿੰਦੇ। ਜੇ ਰੱਬ ਨਾ ਕਰੇ ਕਦੇ ਇਹ ਆ ਗਏ ਨਾ ਤਾਂ ਯੂਨੀਵਰਸਿਟੀ ਦੇ ਦਿਨ ਬਦਲ ਜਾਣਗੇ, ਉੱਤੇ ਪੁੱਠਾ ਕੰਮ ਚੱਲ ਪਊਗਾ ਇੱਥੇ। ਠੀਕ ਹੈ, ਐਡਾ ਕਿ ਇਹ ਗੁੰਡਾ ਰਾਜ ਪੈਦਾ ਕਰਨਾ ਚਾਹੁੰਦੇ। ਵੈਸੇ ਜਵਾਕ ਬਹੁਤ ਜ਼ਿਆਦਾ ਸਮਝਦਾਰ ਹੈ, ਉਹ ਇਹ ਚੀਜ਼ ਨਹੀਂ ਹੋਣ ਦੇਣਗੇ ਮੈਨੂੰ ਲੱਗਦਾ। ਮੈਂ ਬਹੁਤ ਇੱਕ ਅਪੀਲ ਕਰਦਾ ਵੀ ਸੋਚ ਕੇ ਵੋਟ ਪਾਇਓ ਜੇ ਪਾਓ। ਤਾਂ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਤੁਸੀਂ ਸਾਰੇ ਕਹਿ ਰਹੇ ਹੋ ਕਿ ABVP ਧੱਕਾਸ਼ਾਹੀ ਕਰ ਰਹੀ ਹੈ ਤੁਹਾਡੇ ਸਭ ਦੇ ਨਾਲ। ਇਸ ਗੱਲ ਤੇ ਅਤਿੰਦਰ ਜੀ ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਮੈਂ ਪਹਿਲਾਂ ਹੀ ਆਲਰੇਡੀ ਕਹਿ ਚੁੱਕਿਆ ਵੀ ਜਿਹੜੇ VC ਨੇ ਉਹ BJP ਨਾਲ ਤਾਲੁਕ ਰੱਖਦੇ ਨੇ, ਉਹ ਆਪਣਾ ਭਗਵਾ ਰੰਗ ਇੱਥੇ ਨਾ ਥੋਪਣਾ ਚਾਹੁੰਦੇ ਨੇ ਸਟੂਡੈਂਟਸ ਦੇ ਉੱਤੇ।
ਸੋ ਅਸੀਂ ਇਹ ਨਹੀਂ ਹੁੰਦਾ, ਇਹ ਤੁਸੀਂ ਪਹਿਲਾਂ ਤੋਂ ਲਾ ਲਓ 2 ਸਾਲ ਤੋਂ ਆਏ ਨੇ ਇਹ, ਚਾਹੇ ਸੈਂਟਰਲ ਇਲੈਕਸ਼ਨ ਦਾ ਮੁੱਦਾ ਹੋਵੇ, ਚਾਹੇ ਉਹ ਸੈਨੇਟ ਦੇ ਇਲੈਕਸ਼ਨ ਦਾ ਮੁੱਦਾ ਹੋਵੇ, ਕੁਝ ਨਹੀਂ ਹੋਣ ਦੇਣਾ ਚਾਹੁੰਦੇ ਸਾਡੇ ਵੀਰਾਂ ਨਾਲ ਵੱਡਿਆਂ ਨਾਲ। ਪਹਿਲਾਂ ਵੀ NSY ਦੇ ਅਸੀਂ ਇਕੱਠੇ ਹੋ ਕੇ ਪ੍ਰੋਟੈਸਟ ਕੀਤੇ ਤਾਂ ਸੈਨੇਟ ਦੇ ਇਲੈਕਸ਼ਨ ਹੋਏ ਨੇ ਇੱਥੇ, ਪਰ ਇਹਨਾਂ ਦਾ ਡਿਸੋਲਵ ਕਰਤੀ ਸੀ ਬੋਡੀ, ਇਲੈਕਸ਼ਨ ਕਰਵਾਏ, ਫਿਰ ਸਾਡੇ ਬੰਦੇ ਜਿੱਤ ਕੇ ਇੱਥੇ ਆਏ ਨੇ ਕੁਛ। ਤਾਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਭਗਵਾ ਰੰਗ ਇੱਥੇ ਥੋਪਣਾ ਚਾਹੁੰਦਾ, ਅਸੀਂ ਹੋਣ ਨਹੀਂ ਦੇਵਾਂਗੇ। ਪਰਚੇ ਦਾ ਕੀ ਹੈ, ਪਰਚੇ ਤਾਂ ਬੰਦਿਆਂ ਦੇ ਹੀ ਹੁੰਦੇ ਨੇ। ਕੱਲ੍ਹ ਨੂੰ ਇੱਕ ਤੋਂ ਜੋ 4 ਸਾਡੇ NSY ਐਕਟਿਵਿਸਟ ਬੜੇ ਨੇ, ਵੀਰ ਸਾਰੇ ਖੜੇ ਨੇ, ਇਸ ਤਾਂ ਤਿਆਰ ਨੇ ਅੱਗੇ ਨੂੰ ਜਿਹਨਾਂ ਸਾਤੇ ਪਰਚਾ ਦੇਣਾ ਦਿਓ, ਪਰ ਅਸੀਂ ਇੱਥੇ ਭਗਵਾ ਰੰਗ VC ਦੀ ਸੋਚ ਨਹੀਂ ਹੋਣ ਦੇਵਾਂਗੇ। ਸਟੂਡੈਂਟਸ ਬੜੇ ਸਿਆਣੇ ਨੇ, ਸਟੂਡੈਂਟਸ ਨੂੰ ਪਤਾ ਹੈ ਵੀ ਅਸੀਂ ਇੱਥੇ ਕੁਝ ਨਹੀਂ ਹੋਣ ਦੇਣਾ। ਉਹਨਾਂ ਨੂੰ ਪਤਾ ਜਿਸ ਦਿਨ ਇਹ ਵੜ ਗਏ ਇੱਥੇ ਤਾਂ ਯੂਨੀਵਰਸਿਟੀ ਦਾ ਮਤਲਬ ਬੈਕ ਟਾਈਮ ਆ ਜਾਊਗਾ, ਬਿਮਾਰ ਟਾਈਮ ਆ ਜਾਊਗਾ ਯੂਨੀਵਰਸਿਟੀ ਦਾ। ਸੋ ਅਸੀਂ ਭਗਵਾ ਰੰਗ ਇੱਥੇ ਨਹੀਂ ਹੋਣ ਦੇਵਾਂਗੇ। ਜਿੰਨੇ ਮਰਜ਼ੀ ਸਾਤੇ ਪਰਚੇ ਦੇ ਦਿਓ, 1 ਦੇ ਦਿਓ, 2 ਦੇ ਦਿਓ, 4, ਸਾਡੇ ਲਈ ਬਥੇਰੇ, ਸਾਡੇ ਕੋਲ ਬਹੁਤ ਵੱਡਾ ਕੈਡਰ ਹੈ ਯੂਨੀਵਰਸਿਟੀ ਕੋਲ NSY ਦਾ, ਅਸੀਂ ਸਾਰੇ ਪਰਚਿਆਂ ਲਈ ਤਿਆਰ ਹਾਂ। ਪਰ ਜਿਹੜੀ ਇਹ ਤਾਨਾਸ਼ਾਹੀ ਗੁੰਡਾਗਰਦੀ ਇੱਥੇ ਕਰਨਾ ਚਾਹੁੰਦੇ ਹਾਂ, ਅਸੀਂ ਨਹੀਂ ਹੋਣ ਦੇਵਾਂਗੇ ਇੱਥੇ। ਤਾਂ ਮੇਰਾ ਅਗਲਾ ਸਵਾਲ ਤੁਹਾਡੇ ਤੋਂ ਇਹ ਹੋਏਗਾ ਕਿ ਜਦੋਂ ਪੁਲਿਸ ਤੁਹਾਨੂੰ ਇੱਥੋਂ ਚੱਕ ਕੇ ਲੈ ਕੇ ਗਈ, ਉੱਥੇ ਜਾ ਕੇ ਉਹਨਾਂ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ, ਜਾਂ ਫਿਰ ਤੁਹਾਨੂੰ ਕਦੋਂ ਛੱਡਿਆ, ਤੁਹਾਡੇ ਤੇ ਕਿਹੜੇ ਪਰਚੇ ਹੋਏ, ਉਹ ਸਭ ਚੀਜ਼ਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਥੋੜਾ ਡਿਟੇਲ 'ਚ ਦੱਸੋ। ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ, ਜਦੋਂ ਇਹਨਾਂ ਨੇ ਚੱਕ ਕੇ ਖੜਿਆ, ਚੱਕਣ ਦਾ ਹੀ ਇਹਨਾਂ ਦਾ ਇਦਾਂ ਦਾ ਸੀ ਕਿ ਮਤਲਬ ਕਿਸੇ ਨੂੰ ਵਾਲਾਂ ਤੋਂ ਫੜਿਆ ਆ, ਕਿਸੇ ਦੀ ਸ਼ਰਟ ਤੋਂ ਫੜਿਆ ਆ, ਉਹਨਾਂ ਨੇ ਚੱਕ ਕੇ ਇਦਾਂ ਸੁੱਟਿਆ ਜਿੱਦਾਂ ਮੁਰਗੀਆਂ ਤਾੜੀਆਂ ਹੁੰਦੀਆਂ, ਉੱਦਾਂ ਚੁੱਕ ਕੇ ਖੜਾ। ਤੇ ਜਿਹੜੇ BJP ਵਾਲੇ ਖੜੇ, ABVP ਵਾਲੇ, ਉਹਨਾਂ ਨੂੰ ਆਰਾਮ ਦੇ ਨਾਲ ਬਿਠਾ ਕੇ ਆਰਾਮ ਦੇ ਨਾਲ ਲੈ ਕੇ ਗਏ। ਜਦੋਂ ਉੱਥੇ ਖੜਿਆ ਉਹਨਾਂ ਨੂੰ ਅਲੱਗ ਰੂਮ ਦੇ ਵਿੱਚ ਬਿਠਾਤਾ, ਸਾਨੂੰ ਬੈਰਕ ਦੇ ਵਿੱਚ ਬਿਠਾਤਾ, ਠੀਕ ਹੈ। ਉਹ ਸੋਫਿਆਂ ਦੇ ਉੱਤੇ ਬੈਠੇ ਆ, ਸਾਨੂੰ ਹਵਾਲਾਤਾਂ ਦੇ ਵਿੱਚ ਬਿਠਾਤਾ। ਇਹ ਕਿੱਥੋਂ ਦਾ ਵੇਖੋ ਜੀ ਨਿਆਂ ਆ ਕਿ 2 ਅੱਜ ਲੜਾਈ ਝਗੜਾ ਤੁਸੀਂ ਮੰਨਦੇ ਜਬਲ ਤੇ ਹੋਇਆ ਨਹੀਂ, ਜੇ ਹੋਇਆ ਆ ਤੇ ਦੋਵਾਂ ਪਾਰਟੀਆਂ ਦੋਵੇਂ ਧਿਰਾਂ ਆ, ਇੱਕ ਬਰਾਬਰ ਉਹਨਾਂ ਨੂੰ ਇੱਕ ਸੈੱਲ 'ਚ ਦਿਓ, ਉਹਨਾਂ ਨੂੰ ਬਰਾਬਰ। ਉਹ ਸੋਫਿਆਂ ਤੇ ਬੈਠੇ ਆ ਕਿ ਜਿੱਦਾਂ ਖੁਸ਼ ਹੁੰਦੇ ਆ ਕਿ ਮਤਲਬ ਅਸੀਂ ਤੁਹਾਡੇ ਤੇ ਪਰਚਾ ਕਰਵਾਤਾ ਤੇ ਅਸੀਂ ਹੁਣ ਚੱਲੇ ਆ ਚਾਹ ਪਾਣੀ ਪੀ ਕੇ। ਤੇ ਉਸ ਤੋਂ ਬਾਅਦ ਪੁਲਿਸ ਨੇ ਉੱਥੇ ਵੀ ਇੰਨਾ ਮਾੜਾ ਵਿਵਹਾਰ ਕੀਤਾ, ਨਾ ਨੂੰ ਵਾਸ਼ਰੂਮ ਯੂਜ਼ ਕਰਨ ਦਿੱਤੇ, ਨਾ ਸਾਨੂੰ ਕੋਈ ਮਤਲਬ ਪਾਣੀ ਤੱਕ ਨਹੀਂ ਉਹਨਾਂ ਨੇ ਪੁੱਛਿਆ। ਤੇ ਜਿਹੜੇ ਇਹ ਇਹਨਾਂ ਦਾ ਸਭ ਕੁਝ AC ਰੂਮ ਦੇ ਵਿੱਚ ਬੈਠੇ ਆ, SHO ਦੇ ਕਮਰੇ ਦੇ ਵਿੱਚ ਬੈਠੇ ਆ ਜਾ ਕੇ, ਤੇ ਆਰਾਮ ਦੇ ਨਾਲ ਇਹਨਾਂ ਨੂੰ 10, 10:30 ਵਜੇ ਛੱਡ ਦਿੱਤਾ ਜਾਂਦਾ। ਸਾਨੂੰ ਜਿਹੜਾ ਅਗਲੇ ਦਿਨ ਵੀ ਜਿਹੜੀਆਂ ਜ਼ਮਾਨਤਾਂ ਆਈਆਂ 752 ਦਾ ਪਰਚਾ ਦਿੱਤਾ ਆ, ਅਜੇ ਵੀ ਆਂਦੇ ਕਿ ਐਡ ਆਨ ਕਰ ਰਹੇ ਆ, ਸ਼ਾਇਦ ਜਿਮਨੀ ਦੇ ਵਿੱਚ ਐਡ ਆਨ ਕਰ ਦੇਣ ਕਿ ਹੋਰ ਧਾਰਾਵਾਂ ਲਾ ਕੇ ਕਿ ਜਿਹੜੇ ਲੀਡਰ ਆ ਇਹਨਾਂ ਨੂੰ ਨਾ ਉੱਠਣ ਦਿੱਤਾ ਜਾਵੇ, ਇਹਨਾਂ ਦੀ ਆਵਾਜ਼ ਜਿਹੜੀ ਨੱਪ ਦਿੱਤੀ ਜਾਵੇ। ਤੇ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਬਾਅਦ 'ਚੋਂ ਰੋਸ ਦਿਖਾਇਆ, ਕਿਸੇ ਨੇ ਵੀ ਬੋਲਣਾ ਚਾਹਿਆ ਕਿ ਸਾਡੇ ਲੀਡਰਸ ਕਿੱਥੇ ਆ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਅਗਲੇ ਦਿਨ ਤੱਕ ਉਹ ਡਿਮਾਂਡ ਕਰਦੇ ਰਹੇ ਆ ਕਿ ਸਾਡੇ ਲੀਡਰਸ ਕਿੱਥੇ ਆ, ਸਾਡੇ ਜਿਹੜੇ ਸਟੂਡੈਂਟਸ ਕਿੱਥੇ ਗਏ ਆ। ਨਾਲ 1-2 SFS ਦੇ ਵੀ ਨਾਲ ਮੈਂਬਰ ਸੀ, ਉਹ ਵੀ ਸਾਡੇ ਨਾਲ ਸੀ ਉੱਥੇ ਹਵਾਲਾਤ ਦੇ ਵਿੱਚ। ਪਰ ਇਹਨਾਂ ਨੇ ਮਤਲਬ ਅਗਲੇ ਦਿਨ ਸਾਨੂੰ 1-2 ਵਜੇ ਸਾਡੀ ਜਿਹੜੀ ਕੋਰਟ 'ਚ ਜਾ ਕੇ ਸਾਡੀ ਜ਼ਮਾਨਤ ਹੋਈ ਆ, ਉਦੋਂ ਅਸੀਂ ਬਾਹਰ ਆਏ ਆ। ਪਰ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ BJP ਦਾ ਮੈਂਬਰ ਸੀ, ਉਹ ਰਾਤ ਨੂੰ 10, 10:30 ਵਜੇ ਆ ਗਏ ਆ। ਉਹ ਆ ਕੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਚਾਂਗਰਾ ਮਾਰੀਆਂ ਕਿ ਅਸੀਂ ਆ ਗਏ ਜੇ, ਅਸੀਂ ਯੂਨੀਵਰਸਿਟੀ ਨੂੰ ਆਪਣੇ ਤਰੀਕੇ ਚਲਾਵਾਂਗੇ, ਅਥਾਰਟੀਆਂ ਸਾਡੀਆਂ, ਵਾਰਡਨ ਸਾਡੇ ਆ, VC ਸਾਡਾ ਆ, ਪੁਲਿਸ ਸਾਡੀ ਆ। ਮੇਨ ਗੱਲ ਇਹ ਹੁਣ ਪੁਲਿਸ ਨੂੰ ਯੂਜ਼ ਕਰਕੇ ਯੂਨੀਵਰਸਿਟੀ ਦੇ ਵਿੱਚ ਇਹ ਜੜ੍ਹਾਂ 'ਚ ਵੜਨਾ ਚਾਹੁੰਦੇ, ਪਰ ਯੂਨੀਵਰਸਿਟੀ ਦੀਆਂ ਜੜ੍ਹਾਂ ਜਿਹੜੀਆਂ ਇੰਨੀਆਂ ਮਜ਼ਬੂਤ ਆ, ਇਹ ਕਦੀ ਵੀ ਤਾਨਾਸ਼ਾਹੀ ਰਾਜ ਨੂੰ ਜਿਹੜਾ ਸਟੂਡੈਂਟਸ ਆ ਨਹੀਂ ਅਪਣਾਉਂਦੇ। ਕਿ ਜਿਹੜੀਆਂ ਬਾਕੀ ਪਾਰਟੀਆਂ ਸੀਗੀਆਂ, ਜਿਵੇਂ SFS ਹੋ ਗਈ ਜਾਂ ਕੋਈ ਹੋਰ ਪਾਰਟੀਆਂ ਨੇ, ਉਹਨਾਂ ਨੇ ਤੁਹਾਡਾ ਇਸ ਗੱਲ ਦੇ ਵਿੱਚ ਸਾਥ ਦਿੱਤਾ? ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ABVP ਸ਼ਰੇਆਮ ਤਾਨਾਸ਼ਾਹੀ ਕਰ ਰਹੀ ਹੈ, ਤਾਂ ਕੀ ਦੂਜੀਆਂ ਪਾਰਟੀਆਂ ਨੇ ਤੁਹਾਡਾ ਇਹਦੇ ਵਿੱਚ ਕੁਝ ਸਾਥ ਦਿੱਤਾ? ਦੇਖੋ, ਜਿਹੜਾ ਆਪਣਾ ਇੱਥੇ ਪ੍ਰੋਟੈਸਟ ਚੱਲ ਰਿਹਾ ਸੀਗਾ, ਆਪਣੇ ਪਹਿਲਾਂ GH4 ਦੇ ਬਾਹਰ ਚੱਲਿਆ, ਫਿਰ BC ਦੇ ਘਰ ਦੇ ਬਾਹਰ ਚੱਲਿਆ, ਉਹਦੇ 'ਚ PSU ਲਲਕਾਰ ਵੀ ਆਈ, ਪੂਸੂ ਨੇ ਵੀ ਥੋੜ੍ਹਾ ਬਹੁਤ ਸਹਿਯੋਗ ਸਾਨੂੰ ਦਿੱਤਾ, ਠੀਕ ਹੈ। SFS ਵੀ ਆਉਂਦੀ ਜਾਂਦੀ ਰਹਿੰਦੀ ਆ। ਵੀ ਦੂਜੀਆਂ ਇਹਨਾਂ ਇੱਕੋ ਪੰਜਾਬ ਯੂਨੀਵਰਸਿਟੀ ਦੀ ਇੱਕੋ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਪਿਛਲੇ ਮੈਂ 2-2.5 ਸਾਲਾਂ ਤੋਂ ਦੇਖ ਰਿਹਾ, ਜਦੋਂ ਦਾ ਇਹ ਵਾਈਸ ਚਾਂਸਲਰ ਨਿਯੁਕਤ ਹੋਏ ਆ ਨਾ ਸਾਡੇ ਸ਼੍ਰੀਮਾਨ ਜੀ, ਜਦੋਂ ਦੇ ਇਹ ਲੱਗੇ ਆ, ਇੱਕੋ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਕਿ ਸਟੂਡੈਂਟ ਜਿੱਥੇ ਮਰਜ਼ੀ ਪ੍ਰੋਟੈਸਟ ਕਰ ਲੈਣ, ਇਹਨਾਂ ਨੇ ਵਿੱਚ ਨਹੀਂ ਆਉਣਾ। ਜਿੱਥੇ ਮਰਜ਼ੀ ਆਪਦੇ ਹੱਕ ਲੈਣ ਸਟੂਡੈਂਟ ਖੜ ਜਾਣ। ਦੇਖੋ, ਪਹਿਲਾਂ ਵਾਈਸ ਚਾਂਸਲਰ ਘੇਰਿਆ ਸੀ ਅਸੀਂ ਇੱਕ ਵਾਰੀ, ਉਦੋਂ ਵੀ ਮੇਰੇ ਤੇ ਪਰਚਾ ਕੀਤਾ ਇਹਨਾਂ ਨੇ, ਸਾਡੇ 4 ਜਣਿਆਂ ਤੇ, ਸਾਡੇ ਸਾਥੀਆਂ ਤੇ, ਨਾਲ ਮੇਰੇ 3 ਹੋਰ ਸਾਥੀਆਂ ਤੇ ਉਹਨਾਂ ਨੇ ਪਰਚਾ ਕੀਤਾ। ਵਾਈਸ ਚਾਂਸਲਰ ਅਸੀਂ ਕੁਛ ਨਹੀਂ ਕਰਨਾ ਸੀ ਉੱਥੇ, ਅਸੀਂ ਇੱਕ ਸਿਰਫ ਤੇ ਸਿਰਫ ਇਹਨਾਂ ਨਾਲ ਗੱਲ ਕਰਨ ਗਏ ਸੀ। ਵਾਈਸ ਚਾਂਸਲਰ ਪਹਿਲਾਂ ਗੱਡੀ 'ਚ ਭੱਜਿਆ ਜੀ, ਫਿਰ ਮੋਟਰਸਾਈਕਲ 'ਤੇ ਭੱਜਿਆ, ਪਤਾ ਨਹੀਂ ਵੀ ਸਟੂਡੈਂਟ ਆ ਯਾਰ, ਅਸੀਂ ਕੋਈ ਡਾਕੂ ਥੋੜ੍ਹੀ ਆ, ਤੁਹਾਨੂੰ ਮਾਰਨ ਥੋੜ੍ਹੀ ਆਏ ਅਸੀਂ ਯਾਰ, ਅਸੀਂ ਤੁਹਾਡੇ ਨਾਲ ਗੱਲ ਕਰਨੀ, ਅਸੀਂ ਤਾਂ ਆਪਦੇ ਹੱਕ ਲੈਣੇ ਆ, ਸਾਨੂੰ ਦਿਓ ਉਹ। ਤਾਂ ਕਰਕੇ ਵੀ ਇੱਕੋ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਕਿ ਇਹ ਪੰਜਾਬ ਯੂਨੀਵਰਸਿਟੀ ਦੇ, ਮੈਂ ਸਟੂਡੈਂਟਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਤੁਸੀਂ ਪਿਛਲਾ 3 ਸਾਲਾਂ ਦਾ ਇਤਿਹਾਸ ਚੱਕ ਕੇ ਦੇਖ ਲਓ। ਜੇ ABVP ਨੇ ਸਟੂਡੈਂਟਾਂ ਦੂਜੀਆਂ ਪਾਰਟੀਆਂ ਦੇ ਨਾਲ ਜੁਆਇੰਟ ਪ੍ਰੋਟੈਸਟ ਇੰਨੇ ਹੁੰਦੇ ਆ ਇੱਥੇ, ਜੁਆਇੰਟ ਪ੍ਰੋਟੈਸਟ ਇੱਕ ਵੀ ਕੀਤਾ ਹੋਵੇ ਇਕੱਠੀ ਪਾਰਟੀਆਂ ਦਾ, ਤਾਂ ਤੁਸੀਂ ABVP ਨੂੰ ਵੋਟ ਪਾ ਦਿਓ। ਇੱਕ ਵੀ ਪ੍ਰੋਟੈਸਟ ਪਿਛਲੇ 3 ਸਾਲਾਂ 'ਚ। ਠੀਕ ਹੈ ਜੀ, ਕਿਉਂਕਿ ਹੁਣ ਇਲੈਕਸ਼ਨ ਸਿਰ 'ਤੇ ਨੇ ਤੇ ਇਹ ਧੱਕਾਸ਼ਾਹੀ ਜੋ ਸਰਕਾਰ ਤੁਹਾਡੇ ਨਾਲ ਕਰ ਰਹੀ ਹੈ, ਐਂਡ 'ਤੇ ਤੁਸੀਂ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ?
ਮੈਂ ਇੱਕ ਮੈਸੇਜ ਇਹ ਦੇਣਾ ਚਾਹੂੰਗਾ ਵੀ ਦੇਖੋ ਏਬੀਪੀ ਨਾਲ ਜਿਵੇਂ ਧੱਕਾ ਕਰ ਲਿਆ ਠੀਕ ਹੈ, ਇਹਨਾਂ ਕੋਲ ਐਡਾ ਵੱਡਾ ਕੈਡਰ ਨਹੀਂ ਹੈਗਾ। ਐਨਐਸਯੂ ਕੋਲ ਬਹੁਤ ਵੱਡਾ ਕੈਡਰ ਹੈ। ਐਨਐਸਯੂ ਇੱਕ ਸੋਚ ਹੈ, ਆਈਡੀਓਲੋਜੀ ਹੈ, ਵਿਚਾਰਧਾਰਾ ਹੈ ਠੀਕ ਹੈ, ਨੈਸ਼ਨਲ ਪਾਰਟੀ ਹੈ ਠੀਕ ਹੈ ਕਾਂਗਰਸ ਦੀ। ਕਾਂਗਰਸ ਨੇ ਹਮੇਸ਼ਾ ਹੀ ਵਿਚਾਰਧਾਰਾ ਇੱਕ ਆਈਡੀਓਲੋਜੀ ਸੋਚ ਰੱਖੀ ਹੈ ਵੀ ਅਸੀਂ ਸਾਨੂੰ ਸੈਕੂਲਰ ਹੋ ਕੇ ਚੱਲੀਏ। ਇਹਨਾਂ ਦੀ ਨਹੀਂ ਹੈਗੀ, ਇੱਥੇ ਥੋਪਣਾ ਚਾਹੁੰਦੇ ਨੇ ਧੱਕੇ ਨਾਲ ਏਬੀਪੀ ਨੂੰ ਅਥਾਰਟੀ ਦੇ ਨਾਲ ਰਲ ਕੇ। ਵੀਸੀ ਸਾਹਿਬ ਸਾਡੇ ਰਹੇ ਨੇ। ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਥਰੂ ਵੀ ਜੇ ਤੁਹਾਡੇ 'ਚ ਐਡਾ ਹੀ ਹੈ, ਸਾਡੇ ਕੋਲ 200 ਜਾਂ 250 ਬੰਦੇ ਦੀ ਟੀਮ ਹੈ ਐਨਐਸਵਾਈ ਕੋਲੇ, ਸਾਡੇ ਨਾਲ ਇਲੈਕਸ਼ਨ ਕਰੋ। ਅਸੀਂ ਘੱਟੋ ਘੱਟ 800 ਲੀਡ ਨਾਲ ਜਿੱਤ ਰਹੇ ਹਾਂ ਸਾਰੀ ਕੌਂਸਲ। ਤੁਸੀਂ ਸਾਡੇ ਨਾਲ ਇਲੈਕਸ਼ਨ ਕਰਕੇ ਲਓ। ਇੱਦਾਂ ਨਹੀਂ ਵੀ ਤੁਸੀਂ ਅਥਾਰਟੀ ਨਾਲ ਪੰਗੇ ਲਓ। ਇਹ ਬੀਜੇਪੀ ਦੀ ਆਦਤ ਹੈ। ਬੀਜੇਪੀ ਨਾਲ ਈਡੀ ਨੂੰ ਵੀ ਮਸ਼ੀਨਰੀ ਨੂੰ ਗੌਰਮੈਂਟ ਨੂੰ ਯੂਜ਼ ਕਰਦੇ ਨੇ। ਇੱਥੇ ਯੂਨੀਵਰਸਿਟੀ ਨੂੰ ਵੀਸੀ ਯੂਜ਼ ਕਰ ਰਹੇ ਅਥਾਰਟੀ ਨੂੰ। ਸੋ ਮੇਰਾ ਮੈਸੇਜ ਹੈ ਵੀ ਸਾਰੇ ਜਿੰਨੇ ਵੀ ਸਟੂਡੈਂਟ ਦੇਖ ਰਹੇ ਨੇ ਵੀ ਸਾਡੇ ਨਾਲ ਜੁੜੋ। ਐਨਐਸਯੂ ਇੱਕ ਆਈਡੀਓਲੋਜੀ ਹੈ, ਵਿਚਾਰਧਾਰਾ ਐਸੀ ਹੈ ਜਿਹੜੀ ਤੁਹਾਨੂੰ ਨਾਲ ਸਭ ਨੂੰ ਇਕੱਠੇ ਹੋ ਕੇ ਲੈਣ ਲੈ ਕੇ ਚੱਲੇਗੀ। ਜਿਵੇਂ ਬਾਈ ਨੇ ਕਿਹਾ ਵੀ ਇਹਨਾਂ ਦਾ ਕੋਈ ਜੁਆਇੰਟ ਪ੍ਰੋਟੈਸਟ ਨਹੀਂ ਹੈ। ਸਾਰੀ ਪਾਰਟੀ ਮੀਟਿੰਗ ਸਾਰੀ ਵੱਡੇ ਪ੍ਰੋਟੈਸਟ ਸਾਰੇ ਐਨਐਸਯੂ ਲੀਡ ਕਰ ਰਹੀ ਹੈ। ਯੂਨੀਵਰਸਿਟੀ ਨੂੰ ਪਹਿਲਾਂ ਵੀ ਐਨਐਸਯੂ ਨੇ ਬਹੁਤ ਵਧੀਆ ਕੌਂਸਲ ਦਿੱਤੀ ਹੈ ਤੇ ਅੱਗੇ ਵੀ ਦਿੱਤੀ ਦੇਊਗੀ।